सतनाम श्री वाहिगुरु साहिब जी। डंडौत बंधन अनक वार, सर्व गदा सुमरथ। डोलन ते राखो प्रभु, नानक दे कर हथ। फिरत फिरत प्रभ आया, परया तो शरणाए। नानक की प्रभ बेनती, अपनी भगति लाए। श्री नानक अंगद गुरु, अमरदास पद बंद। रामदास अर्जन गुरु, हर श्री हरि गोबिंद। हर राय हर कृष्ण गुर, तेग बहादुर चंद। दसवें गोबिंद सिंह गुरु, नमो चरण अरविंद। जो बुलावे तू बोले स्वामी, उदरित कमल हमारी। साध संग नानक जस गायो, जो प्रभु की अत प्यारी। ज्ञान ध्यान किस कर्म न जाना, सार न जाना तेरी। सब ते बड़ा सतगुर नानक, जिन कल राखी मेरी। सब ते बड़ा सतगुर नानक, जिन कल राखी मेरी। वाहिगुरु जी का खालसा, वाहिगुरु जी की फतेह। सो आप सब संगतां भाई भाई, वड भागे हो धनता दी जोग हो, जो कि इस वक्त जुगो जुगे अटल गद्दी ते सुभाईमान चौर तखत दे मालिक हाजर नाजर सतगुरु धन श्री गुरु ग्रंथ साहिब जी महाराज की पवित्र गोद विच बैठ करके सतगुरां दी पवित्र गुरबाणी का आनंद माणते हुए अपने जीवन दीयां कुछ घड़ियां सफलियां बना रहे हो। वड्डियां भागां वाले हो, आओ गुरु चरणों में बैठ करके सतगुरां दे पवित्र इतिहास श्रवण करके लाहे लैके धनता दे योग बनीए। कल आप गुरु की सिख संगतां ने श्रवण किया सी कि जिथे धन श्री गुरु हरगोबिंद जी महाराज मेरी पीर दे मालिक सच्चे पातशाह ने रहेला नवा नगर वसाणा किया, किला उसारिया गया, 5 दरवाजे रखे गए। बड़े सोहने ढंग दे नाल विश्वकर्मा जी ने आप खुद आकर के मेधावी नां रखवा के कारीगर बन के ते इस नगर की रचना की। उथे सतगुरां ने ब्रह्म ज्ञानी बाबा बुढ़ा जी के पास की बेनती की इस नगरी का नां रखने वास्ते। बाबा बुढ़ा जी ने विचार करके सतगुरां दे नाम ते इस पिंड का नाम रख दिता हरगोबिंदपुरा। बड़िया सारिया खुशियां मनाइया गईयां अते इस सुंदर नगरी नूं देख करके देवतियां दे भी मन ललचा जाते हैं, बड़े आनंदित होंदे है कि जिमें जिमें गुरु की संगतां इत्थे आ रही हैं उन्हां दे वसेबे हो रहे हैं। सो आओ हुण इस तो अगे सतगुरु जी जो कौतक वरता रहे हैं जां गुरु के चरणों में आ करके
ਕਈ ਆਪਣੇ ਜੀਵਨ ਨੂੰ ਸੰਵਾਰ ਰਹੇ ਹੈ। ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਕਸ਼ਮੀਰੀ ਖਵਾਜਾ ਨਾਮ ਪੂਰਵ ਭਾਗ ਕਟਿਆ ਵਿਰਾਮ ਜਿਸ ਸਤਿਗੁਰ ਕੀ ਸੇਵਾ ਗਈ ਸਾਵਧਾਨ ਸਦਿਆ ਰਸ ਨਹੀਂ। ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀਰੀ ਦੇ ਬਾਲਕ ਸੱਚੇ ਪਾਤਸ਼ਾਹ ਜਿਹੜੇ ਕਿ ਬੜੇ ਗੰਭੀਰ ਨੇ, ਬੜੇ ਧੀਰਜਵਾਨ ਨੇ, ਆਪਣੇ ਸੇਵਕਾਂ ਨੂੰ ਬਖਸ਼ਾਂ ਦੇ ਕੇ ਨਿਹਾਲ ਕਰਦੇ ਹੈ, ਰਹਿਮਤਾਂ ਹੀ ਰਹਿਮਤਾਂ ਵਰਤਾਉਂਦੇ ਹੈ। ਬੜਾ ਸਾਰਾ ਜਸ ਸਤਿਗੁਰਾਂ ਦਾ ਚਾਰ ਸਫੇਰੇ ਹੋ ਰਹੇ ਹੈ, ਬੜਾ ਸਾਰਾ ਜਸ ਹੋ ਰਿਹਾ ਹੈ, ਸ਼ਲਾਘਾ ਹੋ ਰਹੀ ਹੈ। ਕਈ ਆ ਰਹੇ ਹੈ ਤੇ ਕਈ ਜਾ ਰਹੇ ਹੈ, ਸਤਿਗੁਰਾਂ ਦਾ ਜਸ ਉਚਾਰਨ ਕਰਦੇ ਜਾ ਰਹੇ ਹੈ। ਹੁਣ ਜਿਵੇਂ ਜਿਵੇਂ ਜਸ ਸੁਣਿਆ ਸਤਿਗੁਰਾਂ ਦਾ, ਇੱਕ ਕਸ਼ਮੀਰੀ ਖਵਾਜਾ ਹੈ ਕਿ ਉਹਦੇ ਵੱਡੇ ਭਾਗ ਸਮਝ ਲਓ ਜਾਗ ਪਏ। ਉਹਨੂੰ ਇਹ ਦੱਸ ਪੈਣਾ ਕੀਤੀ ਕਿ ਉਹ ਆਪਣਾ ਜੀਵਨ ਸਫਲਾ ਕਰਨ ਵਾਸਤੇ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਬੜੇ ਲਗਨ ਦੇ ਨਾਲ ਉਹ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਸੇਵਾ ਕਰਤ ਹੋਏ ਨਹਿਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜੇ ਗੁਰੂ ਕੇ ਪਿਆਰੇ ਮਨ ਬਿਰਤੇ ਇਕਾਗਰ ਕਰਕੇ ਸੇਵਾ ਕਰਦੇ ਆ ਨਾ, ਉਹਨਾਂ ਉੱਤੇ ਸਤਿਗੁਰਾਂ ਦੀਆਂ ਬੜੀਆਂ ਸਾਰੀਆਂ ਰਹਿਮਤਾਂ ਹੁੰਦੀਆਂ, ਕਿਰਪਾ ਹੁੰਦੀ ਹੈ। ਇਹ ਬੜੇ ਚੁਸਤੀ ਫੁਰਤੀ ਦੇ ਨਾਲ ਸਤ ਬਚਨ ਦਾ ਅਧਿਕਾਰੀ ਹੋ ਕਰਕੇ ਸੇਵਾ ਕਰਦਾ ਹੈ। ਕਿਸੇ ਤਰ੍ਹਾਂ ਵੀ ਇਹਦੇ ਪਾਸ ਆਲਸ ਨਹੀਂ। ਕਹਿਣ ਦਾ ਭਾਵ ਕਿ ਇਹ ਖਵਾਜਾ ਦਲਿਦਰੀ ਨਹੀਂ ਹੈਗਾ ਕਿ ਇਹਨੂੰ ਕੋਈ ਕੰਮ ਕਹੇਗਾ ਤੇ ਅੱਗੇ ਦੇ ਅੱਗੇ ਕਹਿ ਦੇਵੇਗਾ। ਇਹ ਉਸ ਵਕਤ ਹੀ ਹੁਕਮ ਮੰਨ ਕਰਕੇ ਤੇ ਕਾਰਜ ਕਰਦਾ ਹੈ, ਖੁਸ਼ੀ ਰਹਿਣਾ ਚਾਹੁੰਦਾ ਸਤਿਗੁਰਾਂ ਦੇ ਘਰ ਦੀ। ਇਹ ਖਵਾਜੇ ਦਾ ਨਾ ਬੜਾ ਸਾਰਾ ਮਨ ਸੇਵਾ ਦੇ ਵਿੱਚ ਖੁੱਭਿਆ ਹੋਇਆ ਹੈ ਤੇ ਸਤਿਗੁਰਾਂ ਦੇ ਜਿਹੜਾ ਘੋੜਾ ਹੈ ਨਾ, ਉਹਦੀ ਬੜੀ ਸਾਰੀ ਇਹ ਸੇਵਾ ਕਰਦਾ ਹੈ। ਸਾਰੇ ਅੰਗਾਂ ਨੂੰ ਸੁਧਾਰ ਕੇ ਮਲਦਾ ਸੀ ਅਤੇ ਖੜਕਣਾ ਫੇਰਦਾ ਸੀ। ਇੱਦਾਂ ਕਹਿ ਲਓ ਕਿ ਸਤਿਗੁਰਾਂ ਦੇ ਘੋੜੇ ਨੂੰ ਇਹ ਲਿਸ਼ਕਾ ਕਰਕੇ ਰੱਖਦਾ ਹੈ। ਤੇ ਜਦੋਂ ਹੁਣ ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲਦੇ ਹੈ ਤੇ ਇਹ ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਦੌੜਦਾ ਹੈ। ਕਿਤਨਾ ਆਗਿਆਕਾਰੀ ਬਣ ਗਿਆ ਇਹ ਖਵਾਜਾ, ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਦੌੜਦਾ ਹੈ। ਸਤ ਬਚਨ ਦਾ ਅਧਿਕਾਰੀ ਕਿ ਕਿਵੇਂ ਨਾ ਕਿਵੇਂ ਜਦੋਂ ਵੀ ਸਤਿਗੁਰੂ ਜੀ ਮੈਨੂੰ ਕੋਈ ਬਚਨ ਕਹਿਣਗੇ, ਕੋਈ ਕਾਰਜ ਕਹਿਣਗੇ, ਮੈਂ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕਰਾਂਗਾ। ਕੇਵਲ ਤੇ ਕੇਵਲ ਇੱਕੋ ਸਤਿਗੁਰਾਂ ਦੇ ਚਰਨਾਂ ਦੇ ਨਾਲ ਚਿੱਤ ਜੋੜਨਾ ਕੀਤਾ ਹੈ, ਇੱਕ ਦਾ ਬੰਨਾ ਕੀਤਾ ਹੈ, ਇੱਕ ਦੇ ਚਰਨ ਪਰਸਨਾ ਕੀਤੇ ਹੈ। ਕਿਉਂਕਿ ਗੁਰੂ ਰੂਪ ਸਾਧ ਸੰਗਤ ਜੀ, ਜਦੋਂ ਅਸੀਂ ਇੱਕ ਦੇ ਚਰਨੀ ਲੱਗ ਜਾਈਏ ਨਾ, ਇੱਕ ਦੇ ਬਣ ਜਾਈਏ, ਤੇ ਫਿਰ ਉਹਨੂੰ ਫਿਕਰ ਹੁੰਦਾ ਹੈ ਕਿ ਬਈ ਹੁਣ ਸ਼ਰਨ ਪਿਆਂ ਦੀ ਲਾਜ ਰੱਖਣਾ ਪਏਗੀ। ਆਪਣੇ ਧਰਮ ਨੂੰ ਸੰਭਾਲਦੇ ਹੋਏ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕਰਕੇ ਰਹਿਮਤਾਂ ਵਰਤਾਉਂਦੇ ਹੈ। ਤੇ ਜੇ ਬੰਦਾ ਅੱਜ ਕਿਤੇ, ਕੱਲ ਕਿਤੇ, ਪਰਸੋਂ ਕਿਤੇ, ਫਿਰ ਉਹ ਕਿਸੇ ਪਾਸੇ ਲੱਗ ਨਹੀਂ ਸਕਦਾ। ਕਿਉਂਕਿ ਅੱਜ ਵਾਲਾ ਕਹੇਗਾ ਕੱਲ ਵਾਲਾ ਕਰ ਦੇਗਾ, ਕੱਲ ਵਾਲਾ ਕਹੇਗਾ ਤੀਜੇ ਦਿਨ ਵਾਲਾ ਕਰ ਦੇਵੇਗਾ, ਤੀਜੇ ਦਿਨ ਵਾਲਾ ਚੌਥੇ ਵੱਲ ਇਸ਼ਾਰਾ ਕਰ ਦੇਵੇਗਾ। ਕਈ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈ ਕਿ ਇਸ ਵਾਸਤੇ ਜਿਹੜਾ ਬਹੁਤਿਆਂ ਪਾਸਿਆਂ ਵੱਲ ਖਿਆਲ ਰੱਖੇ ਨਾ, ਉਹ ਫਿਰ ਭੁੱਖਾ ਰਹਿ ਜਾਂਦਾ ਹੈ। ਉਹ ਭੁੱਖਾ ਰਹਿ ਜਾਂਦਾ ਹੈ। ਇੱਦਾਂ ਹੀ ਜਿਹੜਾ ਬਹੁਤਿਆਂ ਵਾਲੇ ਪਾਸੇ ਲੱਗ ਜਾਏ, ਉਹ ਫਿਰ ਖਾਲੀ ਰਹਿ ਜਾਂਦਾ ਹੈ। ਹੁਣ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਨਾਲ ਚਿੱਤ ਲਾਇਆ, ਹੋਰ ਕਿਸੇ ਪਾਸੇ ਇਹ ਆਪਣੇ ਮਨ ਨੂੰ ਲਗਾਉਣਾ ਨਹੀਂ ਚਾਹੁੰਦਾ, ਕਿਸੇ ਨੂੰ ਇਹ ਚੰਗਾ ਨਹੀਂ ਸਮਝਦਾ, ਇਕੱਲਾ ਰਹਿੰਦਾ ਹੈ, ਕਿਸੇ ਦੇ ਨਾਲ ਮਿਲਦਾ ਜੁਲਦਾ ਨਹੀਂ, ਵਾਧੂ ਗੱਲਬਾਤ ਕਿਸੇ ਤਰ੍ਹਾਂ ਦੀ ਕਰਦਾ ਨਹੀਂ, ਕਿਸੇ ਢਾਣੀ ਦੇ ਵਿੱਚ ਬੈਠਦਾ ਨਹੀਂ। ਕਿਉਂਕਿ ਜਦੋਂ ਮਨੁੱਖ ਬਹੁਤਿਆਂ ਦੇ ਵਿੱਚ ਪਏਗਾ ਨਾ, ਫਿਰ ਇਹ ਨਿੰਦਿਆ ਚੁਗਲੀ ਵਿੱਚ ਖਚਤ ਹੋ ਜਾਏਗਾ।
ਬਹੁਤਿਆਂ ਦੇ ਵਿੱਚ ਬਹਿਣ ਕਰਕੇ ਬੰਦਾ ਨਿੰਦਿਆ ਚੁਗਲੀ ਵਿੱਚ ਜਾਂ ਸੁਣ ਲਵੇਗਾ ਜਾਂ ਕਰ ਲਵੇਗਾ, ਖਚਤ ਹੋ ਗਿਆ ਤੇ ਖਾਲੀ ਰਹਿ ਗਿਆ। ਇਸ ਵਾਸਤੇ ਇਹ ਖਵਾਜਾ ਜੀ ਇਕੱਲੇ ਹੀ ਰਹਿੰਦੇ ਆ, ਕਿਸੇ ਨਾਲ ਬੋਲਦੇ ਚਾਲਦੇ ਨਹੀਂ, ਸਦਾ ਹੀ ਸਤਿਗੁਰਾਂ ਦੀ ਸੇਵਾ ਦੇ ਵਿੱਚ ਸਾਵਧਾਨਤਾ ਬਣਾ ਕਰਕੇ ਰੱਖਦੇ ਹਨ। ਇਹ ਸਤਿਗੁਰਾਂ ਨੇ ਨਾ ਇੱਕ ਦਿਨ ਕਿਰਪਾ ਦ੍ਰਿਸ਼ਟੀ ਇਹਦੇ ਉੱਤੇ ਕਰਨਾ ਕੀਤੀ ਕਿ ਕੀ ਹੋਇਆ ਕਿ ਇਹ ਖਵਾਜਾ ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਬੜਾ ਦੌੜਦਾ ਜਾਂਦਾ ਹੈ, ਕਿਉਂਕਿ ਘੋੜਾ ਬੜਾ ਚਲਾਕ ਸੀ, ਬੜਾ ਬਲਵਾਨ ਸੀ, ਤੇਜ਼ ਚੱਲਣ ਵਾਲਾ ਸੀ। ਇਸ ਖਵਾਜੇ ਦਾ ਸਰੀਰ ਸਾਰਾ ਮੁੜਕੀ ਹੋਇਆ ਪਿਆ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਹੁਣ ਪਸੀਨਾ ਵਹਿ ਰਿਹਾ ਸੀ। ਤੇ ਸਤਿਗੁਰੂ ਜੀ ਮਹਾਰਾਜ ਦੇਖ ਰਹੇ ਹੈ ਕਿ ਖਵਾਜਾ ਕਿਸੇ ਤਰ੍ਹਾਂ ਦੇ ਨਾਲ ਕੋਈ ਥਕਾਨ ਵੀ ਨਹੀਂ ਮੰਨਦਾ ਕਿ ਵੀ ਮੈਂ ਥੱਕ ਗਿਆ, ਸਾਹ ਲੈ ਲਵਾਂ, ਨਹੀਂ। ਜਿਵੇਂ ਜਿਵੇਂ ਸਤਿਗੁਰਾਂ ਦਾ ਘੋੜਾ ਚੱਲਦਾ ਹੈ ਅੱਗੇ ਅੱਗੇ, ਉਦਾਂ ਹੀ ਇਹ ਦੌੜਿਆ ਜਾ ਰਿਹਾ ਸੀ। ਇੱਕ ਸੇਵਾ ਦੇ ਵਿੱਚ ਹੀ ਸਦਾ ਤਤਪਰ ਰਹਿੰਦਾ ਹੈ, ਦੁੱਖ ਤੇ ਸੁੱਖ ਨੂੰ ਇੱਕ ਕਰਕੇ ਇਹ ਮੰਨਦਾ ਹੈ, ਦੁੱਖ ਤੇ ਸੁੱਖ ਨੂੰ ਇੱਕ ਕਰਕੇ ਮੰਨਦਾ ਹੈ। ਕਿਉਂਕਿ ਗੁਰੂ ਪਿਆਰਿਓ, ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ, ਬ੍ਰਹਮ ਗਿਆਨੀ ਦੀ ਕੀ ਨਿਸ਼ਾਨੀ ਹੈ ਤੇ ਇਹਦੇ ਬਾਰੇ ਸਾਨੂੰ ਦੱਸਣਾ ਕਰੋ। ਸਤਿਗੁਰਾਂ ਨੇ ਫਿਰ ਸੋਠ ਰਾਗ ਵਿੱਚ ਇਹ ਪ੍ਰਮਾਣ ਕਰਕੇ ਸਮਝਾਇਆ, ਦੱਸਿਆ ਆਪਣੇ ਗੁਰਸਿੱਖਾਂ ਨੂੰ, ਇਹ ਸ਼ੰਕਾ ਨਿਵਰਤ ਕੀਤਾ, ਸੰਤੁਸ਼ਟੀ ਕਰਵਾਈ ਹੈ। ਸੋਠ ਮਹੱਲਾ ਨਾਮ, ਜੋ ਨਰ ਦੁੱਖ ਮੈਂ ਦੁੱਖ ਨਹੀਂ ਬਾਨੈ, ਸੁਖ ਸੁਨਿਓ ਭੈ ਨਹੀਂ ਜਾਕੈ, ਕੰਚਨ ਬਾਟੀ ਮਾਨੈ। ਕਿ ਭਾਈ ਬ੍ਰਹਮ ਗਿਆਨੀਆਂ ਦੀ ਇਹ ਨਿਸ਼ਾਨੀ ਹੈ, ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ ਤੇ ਸੁਖ ਦੇ ਵਿੱਚ ਬਹੁਤੇ ਪ੍ਰਸੰਨ ਨਹੀਂ ਹੁੰਦੇ, ਇੱਕ ਸਮਾਨ ਦੋਹਾਂ ਨੂੰ ਸਮਝਣਾ ਕਰਦੇ ਹੈ ਅਤੇ ਨਾ ਉਹਨਾਂ ਨੇ ਸੁਖ ਦੇ ਨਾਲ ਬਹੁਤਾ ਸਨੇਹ ਲਗਾਇਆ ਹੈ ਅਤੇ ਕਿਸੇ ਦਾ ਉਹ ਭੈ ਮਨ ਦੇ ਵਿੱਚ ਰੱਖਦੇ ਨੇ, ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦੇ ਹੈ। ਇਹ ਬ੍ਰਹਮ ਗਿਆਨੀਆਂ ਦੀ ਨਿਸ਼ਾਨੀ ਹੈ। ਤੇ ਖਵਾਜਾ ਹੁਣ ਸੇਵਾ ਕਰ ਕਰਕੇ ਬ੍ਰਹਮ ਗਿਆਨੀ ਬਣ ਚੁੱਕਿਆ ਸੀ, ਬ੍ਰਹਮ ਗਿਆਨਤਾ ਪ੍ਰਾਪਤ ਹੋ ਚੁੱਕੇ ਸੀ। ਇਹ ਸੇਵਾ ਦੇ ਵਿੱਚ ਚਿੱਤ ਲਗਾ ਕਰ ਕਿਤੇ ਸੇਵਾ ਕਰਦਾ ਹੈ, ਦੁੱਖ ਸੁੱਖ ਨੂੰ ਇੱਕ ਸਮਾਨ ਜਾਣਦਾ ਹੈ। ਸਤਿਗੁਰੂ ਜੀ ਮਹਾਰਾਜ ਆਪਣੇ ਘੋੜੇ ਤੋਂ ਉਤਰੇ ਤੇ ਇਹਨੂੰ ਆਪਣੇ ਪਾਸ ਬੁਲਾਣਾ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਖਵਾਜਾ ਜੀ ਦੱਸੋ ਤੁਹਾਡੇ ਮਨ ਦੇ ਵਿੱਚ ਕੀ ਇੱਛਾ ਹੈ, ਕੀ ਚਾਹੁੰਦੇ ਹੋ, ਕੀ ਤੁਹਾਡੇ ਮਨ ਦੀ ਭਾਵਨਾ ਹੈ। ਤੇ ਜਦੋਂ ਹੁਣ ਸਤਿਗੁਰਾਂ ਨੇ ਪੁੱਛਿਆ, ਖਵਾਜੇ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ, ਕਹਿਣ ਲੱਗਾ ਸਤਿਗੁਰੂ, ਕੇਵਲ ਤੇ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਮੇਰੇ ਹਿਰਦੇ ਵਿੱਚ ਅਭਿਲਾਸ਼ਾ ਹੈ, ਆਪ ਜੀ ਦੇ ਦਰਸ਼ਨ ਦਿਦਾਰੇ ਹੁੰਦੇ ਰਹਿਣ, ਹੋਰ ਕਿਸੇ ਤਰ੍ਹਾਂ ਦੀ ਮੇਰੇ ਮਨ ਦੇ ਵਿੱਚ ਖੁਆਇਸ਼ ਨਹੀਂ, ਕੋਈ ਚਾਹਨਾ ਨਹੀਂ। ਕਿਉਂਕਿ ਜਿਤਨੇ ਵੀ ਸੰਸਾਰਕ ਪਦਾਰਥ ਨੇ ਇਹ ਨਾਸ ਹੋ ਜਾਣ ਵਾਲੇ ਹੈ, ਕਿਸੇ ਵਿੱਚ ਸਥਿਰਤਾ ਨਹੀਂ। ਜੋ ਤੁਹਾਡੇ ਦਰਸ਼ਨ ਦਿਦਾਰੇ ਹੈ ਨਾ, ਇਹਨਾਂ ਵਿੱਚੋਂ ਹੀ ਸੁੱਖ ਦੀ ਪ੍ਰਾਪਤੀ ਹੋਣੀ ਹੈ। ਇਸੇ ਵਾਸਤੇ ਮੈਂ ਸਦਾ ਆਪ ਜੀ ਦੇ ਨੇੜੇ ਰਹਿ ਕਰਕੇ ਤੇ ਤੁਹਾਡੇ ਚਰਨਾਂ ਦੀ ਸੇਵਾ ਕਰਦਾ ਹਾਂ। ਸੇਵਾ ਕਰਦਾ ਰਹੋ ਨਿਸ਼ਕਾਮਾ, ਵਿਖੋ ਬਦਨ ਰਾਵਰ ਸੁਖ ਧਾਮਾ, ਪ੍ਰਸਿੱਧੇ ਕਿਰਪਾ ਨਿਧਾਨਾ, ਭਇਓ ਨਿਹਾਲ ਸੁਭਾਗ ਬਖਾਨਾ। ਕਹਿਣ ਲੱਗਾ, ਕਿਰਪਾ ਕਰੋ ਕਿ ਸਦਾ ਹੀ ਮੈਂ ਨਿਸ਼ਕਾਮ ਹੋ ਕੇ ਤੁਹਾਡੇ ਚਰਨਾਂ ਦੀ ਸੇਵਾ ਕਰਦਾ ਰਹਾਂ ਅਤੇ ਸਦਾ ਹੀ ਸੁੱਖਾਂ ਦੇ ਦਾਤੇ ਦੇ ਮੁਖੜੇ ਦੇ ਮੈਨੂੰ ਦਰਸ਼ਨ ਦਿਦਾਰੇ ਹੁੰਦੇ ਰਹੇ। ਆਪ ਜੀ ਦੇ ਦਰਸ਼ਨ ਦਿਦਾਰੇ ਸਦਾ ਹੀ ਮੈਂ ਕਰਦਾ ਰਹਾਂ, ਤੁਹਾਡੇ ਦਰਸ਼ਨ ਹੁੰਦੇ ਰਹਿਣ। ਕਿਰਪਾ ਨਿਧਾਨ ਸਤਿਗੁਰੂ ਜੀ ਮਹਾਰਾਜ ਜਦੋਂ ਇਹ ਬਚਨ ਸੁਣੇ ਨਾ ਖਵਾਜੇ ਦੇ, ਇਹ ਸਤਿਗੁਰੂ ਜੀ ਮਹਾਰਾਜ ਦਾ ਹਿਰਦਾ ਪਸੀਜ ਗਿਆ।
दया के घर दे विच आए सतगुरु जी, ते सतगुरां ने ये बचन करना कीता है। कहन लगे ख्वाजा जी, असी तुहाडे उत्ते बड़े खुश हाँ, बड़े प्रसन्न हाँ। असी तुहाडे तो बलहार ते कुर्बान सदके वारने जाते हैं, जिन्हां ने कि सारे संसारां नूं त्याग करके, सारे परिवारां नूं त्याग करके, मूँह हटा के केवल ते केवल एक दे नाल मन नूं जोड़ना कीता है। इस दिन ते प्रसन्न मन रह के सो कैसे कबहु न कह, एक सयत जानी जिस नामू ਵੇਖ फकीर पयो दर कामू। ते जदों हुण सतगुरां ने ये बख्शिश कर दित्ती ना, ख्वाजा उस दिन तो बड़ा प्रसन्न रहिंदा है ते किसे दे नाल बहुता ये बोलना चालना नहीं चाहुंदा। हुण ये सतगुरां दे चरनां विचों बख्शिशां लैके बड़ा प्रसन्न है। ते दूसरे पासे एक सैयद जिहड़ा ना वो गेड़े कढ़दा फिरदा है, सैयद कढ़दा फिरदा है गेड़े, ਉਹਦਾ मन भटकदा है, जो कुछ प्राप्त करना चाहुंदा सी ਉਹਨੂੰ मिल नहीं रहा। घर बार छड्ड करके फकीरी धारण ते कर लई, भेस ते बना लिया फकीरां वाला, पर जो चाहुंदा सी ना, जिहड़ी प्राप्ति करनी चाहुंदा सी, वो प्राप्ति नहीं हो रही। क्योंकि गुरु प्यारिओ, कई ना लोग कोशिशां बड़ियां करते हैं, भेख भी बड़े सारे बनाउंदे है, पर जो कुछ वो प्राप्त करना चाहुंदे है वो हुंदा नहीं। क्यों नहीं हुंदा? कि वो संपूर्ण सतगुरां दे चरनां दे नाल जुड़दे ही नहीं। बेमुख होए राम ते लगन जन्म वजो, जदों बंदा बेमुखता विच हो जाए ना, सतगुरां दे चरनां विच बचन करके खिसक जाए, बचन करे तो खिसक जाए सोई नर कच्चा। जिहड़ा बंदा गुरु दे चरनां विच बचन करके खिसक गया ना, वो बंदियां विच नहीं गिनिया जाता, वो कच्चा पिल्ला है, वो 84 का बाल है। कहण दा भाव कि वो कमाई नहीं कर सकेगा, क्योंकि जो सतगुरां दे चरनां विच वचन करके मुकर गया बंदा, फिर कदी वास्ते वो पास नहीं हो सकता। अज किते कल किते उहदे हालात इदां दे बन जाते हैं कि केवल ते केवल उहदे पास भेख है। गल्लां भी बड़ियां ने, गल्ली असी चंगियां आचारी बुरियां हाँ, कि गल्लां दे विच बड़े वधिया बनना, पर साडा जिहड़ा हिरदा है ना वो शुद्ध नहीं, ते हिरदे शुद्ध ना होण करके बंदा फिर मार खा जाता है। सैयद हुण फकीरी वाला लिबास ते पहने फिरदा सी, पर जो कुछ भालदा सी वो मिल नहीं रहा। बड़ी इनू भड़कना लगी हुई है कि मार्ग लभदा फिरदा सी कि किवें ना किवें मेरी कल्याण हो जाए। रात दिन इहो ही चाहुंदा सी ते बड़ियां सारियां थावां ते फिरिया, हिंदुआं ते तुरकां दी बहुत विधियां अनुसार खोज कीती, 5 नमाज़ां भी ये पढ़ता रहा, पर कुछ भी इनू प्राप्त नहीं होया। क्योंकि जितना चिर हिरदा शुद्ध नहीं, हिरदा साडा जुड़िया नहीं, मन जुड़दा नहीं ना, प्रेम नहीं, उतना चिर भावें 5 नमाज़ां पढ़ लीए, भावें 5 बाणियां दा नितनेम कर लीए, उतना चिर हिरदा जिहड़ा है वो शांत नहीं हुंदा। क्योंकि मन नूं जोड़ करके जितना चिर नहीं ना पढ़ांगे, मन के बिरते नूं जोड़ करके नहीं पढ़ांगे, उतना चिर कुछ भी प्राप्त नहीं हो सकता। ये बहुत कुछ करता है, बड़ियां थावां ते गया, पर जिहड़ा मार्ग चाहुंदा वो प्राप्त नहीं हो रहा। तप करता है, बहुत थाई लभदा फिरदा है, पर किसी पासे तो इनू खुदा की सोझी नहीं हुई, खुदा की सोझी नहीं हुई, ना ही इनू शांति नसीब होना कीती है। किते तुरक फकीर की सेवा करता सी, किते हिंदू साध दे चरनां दे नाल जुड़दा सी। परमेश्वर दे घर दा भेद पाउणा चाहुंदा है,
ਪਰ ਪਰਮੇਸ਼ਰ ਦੇ ਘਰ ਦਾ ਇਹਨੂੰ ਭੇਦ ਪ੍ਰਾਪਤ ਨਹੀਂ ਹੋ ਰਿਹਾ, ਗਿਆਨ ਇਹਨੂੰ ਪ੍ਰਾਪਤ ਨਹੀਂ ਹੋ ਰਿਹਾ, ਇਹਦੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੋ ਰਿਹਾ। ਗਿਆ ਬਹੁਤ ਥਾਈਂ ਪਰ ਕਿਤੋਂ ਵੀ ਕੁਛ ਪ੍ਰਾਪਤ ਨਹੀਂ ਹੋਣਾ ਕੀਤਾ। ਕਹੂੰ ਨਾ ਹੋਈ ਪੂਰਨ ਆਸ਼ਾ, ਖੋਜਤ ਫਿਰਦਾ ਮਨੁ ਅੰਮ੍ਰਿਤ ਪਿਆਸਾ। ਪੂਰਨ ਸਤਿ ਮਿਲਿਓ ਨਾ ਕੋਈ, ਪ੍ਰਭੂ ਪੰਥ ਦੀ ਘਾਵ ਜੋਈ। ਫਿਰਦਿਆਂ ਫਿਰਦਿਆਂ ਕਿਤੋਂ ਵੀ ਇਹਦੀ ਗੁਰੂ ਰੂਪ ਸਾਧ ਸੰਗਤ ਜੀ ਆਸ ਪੂਰੀ ਨਹੀਂ ਹੋਈ, ਮਨ ਦੀ ਭਾਵਨਾ ਸੱਯਦ ਦੀ ਪੂਰੀ ਨਹੀਂ ਹੋਈ। ਜਿਵੇਂ ਕਿ ਹਿਰਨ ਪਾਣੀ ਵਾਸਤੇ ਬੜਾ ਦੌੜਦਾ ਹੈ, ਭਾਲਦਾ ਹੈ, ਤੇ ਕਿਤੇ ਵੀ ਉਹਨੂੰ ਪਾਣੀ ਮਿਲਦਾ ਨਹੀਂ। ਇਸੇ ਤਰ੍ਹਾਂ ਹੀ ਇਹ ਸੱਯਦ ਨੂੰ ਕੋਈ ਮਹਾਂਪੁਰਸ਼ ਮਿਲਿਆ ਨਹੀਂ ਜਿਹੜਾ ਕਿ ਇਹਨੂੰ ਅਸਲ ਰਸਤਾ ਦੱਸ ਦੇਵੇ, ਜਿਹੜਾ ਕਿ ਪਰਮੇਸ਼ਰ ਦਾ ਸੁਮਾਰਗ ਦਿਖਾ ਦੇਵੇ। ਕੋਈ ਵੀ ਇਹਨੂੰ ਮਿਲਿਆ ਨਹੀਂ। ਦਿਨ ਪ੍ਰਤੀ ਦਿਨ ਇਹਦੀ ਜਿਹੜੀ ਭੜਕਣਾ ਸੀ ਨਾ ਉਹ ਵੱਧਦੀ ਜਾਂਦੀ ਹੈ, ਤੇ ਕਿਤੋਂ ਵੀ ਇਹ ਸੁਮਾਰਗ ਦੇਣ ਵਾਲਾ ਕੋਈ ਵੀ ਮਹਾਂਪੁਰਸ਼ ਇਹਨੂੰ ਮਿਲ ਨਹੀਂ ਰਿਹਾ ਹੈ ਜੀ। ਅੰਤ ਵਿਆਕੁਲ ਜਿਤ ਬਹੁਤ ਬਾਬਾ, ਜਿਸ ਕਰਨਾ ਕਰ ਤਾਹੇ ਬਤਾਵਾ। ਸ਼੍ਰੀ ਨਾਨਕ ਕੀ ਗਾਦੀ ਮਹਾ, ਸਿੱਖੀ ਬਸਰੀ ਜਗ ਜੈ ਕਹਾ। ਬੜੀ ਵਿਆਕੁਲਤਾ ਵਿੱਚ ਹੋ ਕਰਕੇ ਇਹ ਬੈਠ ਗਿਆ, ਬੜੇ ਪਛਤਾਵ ਵਿੱਚ ਸੀ। ਤੇ ਹੁਣ ਜਦੋਂ ਬੜੀ ਵਿਆਕੁਲਤਾ ਵਿੱਚ ਹੈ, ਪਛਤਾਵ ਵਿੱਚ ਹੈ, ਤੇ ਇਹਨੂੰ ਕਿਸੇ ਪਿਆਰੇ ਸੱਜਣ ਨੇ ਦੇਖ ਲਿਆ ਤੇ ਉਹਨੇ ਦੱਸਣਾ ਕੀਤਾ, ਕਹਿਣ ਲੱਗਾ ਸੱਯਦ ਜੀ ਕਿਉਂ ਭਟਕਦੇ ਫਿਰਦੇ ਹੋ, ਕਿਉਂ ਕੁਰਾਹੇ ਪਏ ਫਿਰਦੇ ਹੋ, ਕਿਉਂ ਤੁਹਾਡਾ ਹਿਰਦਾ ਅਸ਼ਾਂਤ ਹੋਇਆ ਪਿਆ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਤੇ ਤੁਸੀਂ ਉੱਥੇ ਜਾਓ। ਜੇ ਤੁਸੀਂ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਕਰਨੀ ਹੈ, ਉਸ ਪਰਮੇਸ਼ਰ ਦਾ ਸੁਮਾਰਗ ਲੈਣਾ ਹੈ। ਤੇ ਜਦੋਂ ਇੱਦਾਂ ਕਿਹਾ ਦਾ ਸੱਯਦ ਨੇ ਫਟਾਫਟ ਕਿਹਾ, ਕਹਿਣ ਲੱਗਾ ਕਿ ਮੈਂ ਤੁਹਾਡੇ ਚਰਨ ਪੂਜਾਂਗਾ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਕਿੱਥੋਂ ਇਹ ਪ੍ਰਾਪਤੀ ਹੋਏਗੀ। ਤੇ ਦੱਸਣ ਵਾਲੇ ਗੁਰਸਿੱਖ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਮਹਾਨ ਹੈ, ਉਹ ਗੱਦੀ ਬੜੀ ਮਹਾਨ ਹੈ। ਜਗਤ ਦੇ ਵਿੱਚ ਹੁਣ ਇਸ ਵਕਤ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ। ਸਭ ਮਾਈ ਭਾਈ ਗੁਰਸਿੱਖੀ ਦੇ ਨਾਲ ਜੁੜੀ ਜਾ ਰਹੇ ਹਨ। ਕੇ ਸੇਵਕ ਸਭ ਕਿਛ ਪਾਇਓ, ਪ੍ਰਭ ਮਿਲ ਕੇ ਕੋ ਪੰਥ ਬਤਾਇਓ। ਸਿੱਧਾ ਜਿਨੂੰ ਅਗਾਰੀ ਕਰੀ, ਅੰਗੀਕਾਰ ਨ ਦਿਲ ਜਨ ਕਰੀ। ਕਿ ਜਿਤਨੇ ਵੀ ਉਹਨਾਂ ਦੇ ਸੇਵਕ ਬਣੇ, ਜੋ ਕੁਛ ਉਹਨਾਂ ਨੇ ਮੰਗਿਆ ਉਹੀ ਕੁਛ ਉਹਨਾਂ ਨੂੰ ਪ੍ਰਾਪਤ ਹੋ ਗਿਆ। ਤੇ ਉਹ ਇੰਨੇ ਕਿਰਪਾਵਾਨ ਨੇ, ਦਇਆ ਦੇ ਘਰ ਨੇ, ਜਿਹੜਾ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਗਿਆ, ਉਹਨਾਂ ਨੂੰ ਪਰਮੇਸ਼ਰ ਦੇ ਘਰ ਦਾ ਰਸਤਾ ਵੀ ਦੱਸਦੇ ਹੈ। ਸਿੱਧਾਂ ਨੇ ਜੋ ਪਿਛਲੇ ਸਮਿਆਂ ਵਿੱਚ ਕੀਤਾ ਸੀ, ਉਹਨਾਂ ਦੇ ਸੇਵਕਾਂ ਨੇ ਉਹ ਅੰਗੀਕਾਰ ਨਹੀਂ ਕੀਤਾ। ਇਸ ਵਾਸਤੇ ਸੰਪੂਰਨ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕਰਕੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਕਰਕੇ ਉਹਨਾਂ ਨੇ ਬੜੀਆਂ ਸਾਰੀਆਂ ਬਖਸ਼ਾਂ ਕਮਾਈ ਕਰਕੇ ਤੇ ਪਾਣੀਆਂ ਕੀਤੀਆਂ ਹਨ। ਆਪ ਸ਼੍ਰੀ ਹਰਿਗੋਬਿੰਦ ਬੜ ਜੋਦਾ, ਬਦੇ ਲਾਭ ਘਰ ਸਾਜ ਬਿਰੁਦਾ। ਉਹ ਅੰਦਰ ਜਾਮੀ ਗੁਰਪੂਰਾ, ਮਿਲ ਸੇਵੈ ਪ੍ਰਾਪਤ ਮਗ ਪੂਰਾ। ਤੇ ਸੱਯਦ ਨੇ ਬੜੀ ਕਾਹਲੀ ਨਾਲ ਪੁੱਛਿਆ, ਕਹਿਣ ਲੱਗਾ ਭਾਈ ਫਿਰ ਇਸ ਵਕਤ ਕੌਣ ਹੈ ਉਸ ਗੱਦੀ ਉੱਤੇ ਸੁਭਾਈਮਾਨ। ਤੇ ਦੱਸਣ ਵਾਲੇ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰੀ ਦੇ ਬਾਲਕ, ਬੜੇ ਬਲਵਾਨ ਯੋਧੇ ਨੇ, ਜਿਹੜੇ ਕਿ ਇਸ ਵਕਤ ਗੁਰਤਾ ਗੱਦੀ ਤੇ ਸੁਭਾਏਮਾਨ ਨੇ। ਤੇ ਦੂਸਰੇ ਪਾਸੇ ਬਾਦਸ਼ਾਹ ਦੇ ਘਰ ਦੇ ਨਾਲ ਉਹਨਾਂ ਦਾ ਬੜਾ ਸਾਰਾ ਵਿਗਾੜ ਪੈ ਗਿਆ। ਉਹ ਅੰਤਰਜਾਮੀ ਨੇ, ਜਿਹੜੇ ਵੀ ਉਹਨਾਂ ਨੂੰ ਮਿਲ ਕੇ ਸੇਵਾ ਕਰਦੇ ਆ ਨਾ, ਫਿਰ ਉਹਨਾਂ ਉੱਤੇ ਵਿਸ਼ੇਸ਼ ਰਹਿਮਤਾਂ ਕਰਦੇ ਆ। ਜਿਨ੍ਹਾਂ ਨੇ ਮਨ ਬਿਰਤੀ ਇਕਾਗਰ ਕਰਕੇ ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਸ੍ਰੇਸ਼ਟ ਸੁਮਾਰਗ ਪ੍ਰਾਪਤ ਹੋ ਗਿਆ ਤੇ ਉੱਤਮ ਫਲ ਦੇ ਕੇ ਤੇ ਸਤਿਗੁਰੂ ਨਿਹਾਲ ਕਰਦੇ ਹਨ। ਕਿ ਉਹ ਖੁਦਾ ਦਾ ਸਰੂਪ ਨੇ ਤੇ ਬੜੇ ਦਇਆਵਾਨ ਤੇ ਕਿਰਪਾਲੂ ਨੇ। ਜਿਵੇਂ ਚਾਹੁੰਦੇ ਐ ਉਸੇ ਤਰ੍ਹਾਂ ਹੀ ਇੱਕ ਛਿਨ ਪਲ ਦੇ ਵਿੱਚ ਬਣਾ ਲੈਂਦੇ ਐ। ਜੋ ਉਹਨਾਂ ਦੀ ਮਨ ਦੀ ਮੌਜ ਹੈ ਨਾ, ਸੱਯਦ ਜੀ ਉਸੇ ਤਰ੍ਹਾਂ ਹੀ ਉਹ ਕਰਦੇ ਐ।
एक छिन पल दे विच ਉਹ कुछ भाना वरता सकदी है, अपने दासां नूं तुरंत निहाल कर दिंदे है, रहमत कर दिंदे है, किरपा कर दिंदे है। जद वो अपने सेवकां दी शरधा देखदे है, प्रेम देखदे है, ते प्रेम दे वो भुखे है, वो बड़ियां सारियां रहमतां वरताउंदे है, किरपा करदे है। जो शरधा कर सेम दे गुरपार उतारनहार, जिन्हां दा प्यार ते शरधा गुरु चरनां दे नाल जुड़ गया, उन्हां उत्ते वो रहमतां वरताउंदे हन। जस को मन है हरि कायो को जित वारस मनो बंधायो जन आयो तलावत जो जित मैं जित किस बित जो। कि जदों हुण सैयद जानी ने ये कुछ सुनिया ना, बड़ा प्रसन्न होया, बड़ा खुश होया, जिवें कि किसी खोज कर रहे नूं पारस मिल गया होवे, पारस मिल गया होवे। इतनी वड्डी प्रसन्नता सैयद जानी नूं होना कीती है। वो बड़ा सारा उतावला होकर के गुरसिख तो सतगुरां दे बारे पुछ के उसे वक्त ही सतगुरां दे चरनां विच आ गया, ते चित्त दे विच हुण सोचदा है कि सतगुरां दे दर्शन किवें करांगा। आ गया सुन करके, पर हुण मन दे विच ये विचार है कि किद्दां जाके दर्शन दारे करांगा, किद्दां मैं नमस्कार करांगा, इहदे बारे भी मैनूं पता होना चाहिए है। इदां फिर अपने मन दे विच ये विचारां करदा सी। संगत आए सो बाजे मिलियो जो गुर प्रेम बिगा ढोल रलियो सगरी अपनी मृथा सुनाई मैं को जितनी बैस बिताई। हुण इदां मन दे विच विचार रिहा सी, ते विचारदियां विचारदियां ख्वाजे दे नाल इहदा मिलाप हो गया, जिहड़ा कि हर वक्त सतगुरां दे सामने तत्पर रहिंदा है। ख्वाजे दे नाल मिलाप हो गया, असल ठिकाना मिल गया, जिहड़ा कि सतगुरां दे नाल इकमिक होया पिया सी। सेवा करके इतनी सारी बख्शिश पाना कीती सी। उसनूं अपनी सारी कहानी इस सैयद जानी ने दसना कीती है। ख्वाजे नूं मिलिया, अपने बारे सब कुछ दसिया कि मैं भालदियां भालदियां बड़ी सारी उमरा जिहड़ी है वो बतीत कर लई, बहुता समा लंघ गया, उम्र का तो थोड़ा रह गया, पर हाले तक मैनू स्मारक ते पाउण वाला कोई संत महापुरुष मिलना नहीं कीता। ते हाथ जोड़ करके ख्वाजा जी का तरला लैन लग गया, कहन लगा बई तू मेरा तुर्क वीर है, तेरा भी तुर्कां दे घर का जन्म है ते मेरा भी तुर्कां दे घर का जन्म है, किरपा करो तुसीं मेरे उत्ते मैनू ये भेद दसना करो, सारा भेद खोल के दस दिओ कि सतगुरु जी महाराज किवें प्रसन्न हो करके ते किरपा धारते हैं, किवें उन्हां दी खुशी लई जा सकती है। मैनू वो सारा हाल दस दिओ कि मेरे उत्ते इतने दयालु ते कृपालु हो जाण सतगुरु कि मैनू खुदा दे घर दा रस्ता दिखा देन। मैं बड़ी सारी उन्हां दे चरनां दी सेवा करांगा, मैनू एक बार तुसीं सब कुछ समझाना करो जी। जदों हुण इस सैयद जानी ने तरला लिया ते ख्वाजा कहन लगा, ख्वाजे ने ना सारी विधि दसी ते कहन लगा सैयद जी इन्हां वर्गा संसार ते कोई नहीं, इस घर की कोई भी बराबरता नहीं कर सकता। सतगुरु जी महाराज समर्थ गुरु ने, अंतरजामी ने, वो अपने सेवकां दे प्रेम नूं देख लैंदे है, सेवकां दे प्रेम नूं जानदे है ते उन्हां दे हिरदे दीयां गल्लां भी जान लैंदे है। घट घट के अंतर की जानत भले बुरे की पीत पशांत। ये ते जानी जान सतगुरु जी महाराज ने जेहा भाओ तेहा फल पाइए। जिद्दां दा प्रेम बना करके आवांगे ना गुरु चरणां विच, उदां दा फल इत्थों प्राप्त होएगा। इस वास्ते गुरु प्यारिओ, जिन्हां ने नीवें होकर के गुरु के चरनां की सेवा की ना, उन्हां उत्ते सतगुरां दीयां रहमतां हुंदियां, किरपा हुंदी है। इस वास्ते
ਨਿਮਰਤਾ ਧਾਰ ਕਰਕੇ ਤੇ ਗੁਰੂ ਦੇ ਚਰਨਾਂ ਵਿੱਚੋਂ ਬਖਸ਼ਿਸ਼ਾਂ ਲਈਆਂ ਜਾ ਸਕਦੀਆਂ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਿਹੜੇ ਨੀਵੇਂ ਹੋ ਕੇ ਨਿਮਰਤਾ ਧਾਰ ਕੇ ਗੁਰੂ ਦੇ ਚਰਨ ਪਰਸਣਗੇ, ਸੇਵਾਦਾਰ ਬਣ ਕੇ ਸੇਵਾ ਕਰਨਗੇ, ਉਹਨਾਂ ਉੱਤੇ ਸਤਿਗੁਰਾਂ ਦੀਆਂ ਬੜੀਆਂ ਸਾਰੀਆਂ ਰਹਿਮਤਾਂ ਹੋ ਜਾਂਦੀਆਂ। ਉਹਨਾਂ ਨੂੰ ਐਟੋਮੈਟਿਕਲੀ ਸਵਾਗਤ ਮਿਲਦੇ ਆ ਤੇ ਵਡਿਆਈਆਂ ਮਿਲਦੀਆਂ। ਸਭ ਉਹਨਾਂ ਦੇ ਚਰਨਾਂ ਤੇ ਡਿੱਗਦੇ ਆ। ਤੇ ਜੇ ਮਨੁੱਖ ਹੰਕਾਰ ਵਿੱਚ ਰਹੇ ਤੇ ਉਹ ਖਾਲੀ ਰਹਿ ਜਾਂਦਾ। ਗੁਰੂ ਪਿਆਰਿਓ, ਇੱਦਾਂ ਫਿਰ ਖਵਾਜੇ ਨੇ ਹੁਣ ਸਾਰਾ ਭੇਦ ਦੱਸ ਦਿੱਤਾ ਕਿ ਸੱਜਣਾ, ਇਹ ਸਮਰੱਥ ਗੁਰੂ ਨੇ, ਸਾਰਿਆਂ ਦੇ ਹਿਰਦਿਆਂ ਦੇ ਜਾਣਨ ਵਾਲੇ ਨੇ, ਤੇ ਇਹ ਵੇਖ ਲੈਂਦੇ ਐ ਆਪਣੇ ਸੇਵਕਾਂ ਦੀ ਸ਼ਰਧਾ, ਪ੍ਰੇਮ, ਪਿਆਰ ਤੇ ਕੀ ਇਹਦੇ ਮਨ ਦੀ ਭਾਵਨਾ ਹੈ। ਕਿ ਉਧਾਰ ਕਰਨ ਲੱਗਿਆ ਕਿਸੇ ਤਰ੍ਹਾਂ ਦੀ ਇੱਥੇ ਦੇਰੀ ਨਹੀਂ ਲੱਗਦੀ। ਸਤਿਗੁਰੂ ਜੀ ਮਹਾਰਾਜ ਦੇਰ ਨਹੀਂ ਕਰਦੇ। ਜਿਸ ਦਿਨ ਵੀ ਕਿਰਪਾ ਦੇ ਰਸ ਦੇ ਵਿੱਚ ਢਲ ਗਏ ਨਾ, ਉਸੇ ਵਕਤ ਤੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰ ਦਿੰਦੇ ਐ। ਤੇ ਜੇ ਤੂੰ ਇਹ ਸਮਾਰਗ ਪਾਉਣਾ ਨਾ, ਤੇ ਸਤਿਗੁਰਾਂ ਦੇ ਘਰ ਦੇ ਅੱਗੇ ਬੈਠ ਜਾਓ ਅਤੇ ਕਿਸੇ ਦਾ ਕੁਝ ਵੀ ਸੁਣਨਾ ਨਾ ਕਰੋ ਤੇ ਨਾ ਕਿਸੇ ਨੂੰ ਕੁਝ ਕਹਿਣਾ ਕਰੋ। ਨਾ ਸੁਣੋ ਤੇ ਨਾ ਕਹੋ। ਜਰਾਂਦ ਬਣਾ ਕਰਕੇ ਹੱਥ ਜੋੜ ਕਰਕੇ ਬੈਠ ਜਾਓ, ਚੌਂਕੜੀ ਮਾਰ ਕਰਕੇ। ਦੇਖਣ ਵਾਲੇ ਤੇ ਬੜਾ ਕੁਝ ਕਹਿਣਗੇ, ਕਿਉਂਕਿ ਗੁਰਸਿੱਖੀ ਦੀ ਸਿਰ ਜਿਹੜੀ ਨਾ ਬੜੀ ਅਲੂਣੀ ਹੈ। ਗੁਰੂ ਪਿਆਰਿਓ, ਸਿੱਖੀ ਕਮਾਉਣੀ ਬੜੀ ਔਖੀ ਹੈ, ਕਿਉਂਕਿ ਇਸ ਘਰ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਸੁਣਨ ਵਾਸਤੇ ਮਿਲਦੀਆਂ। ਬਹੁਤ ਕੁਝ ਲੋਕ ਕਹਿੰਦੇ ਹੈ, ਬੜੀ ਸਾਰੀ ਨਿੰਦਿਆ ਵੀ ਹੁੰਦੀ ਹੈ, ਚੁਗਲੀ ਵੀ ਹੁੰਦੀ ਹੈ, ਪਰ ਜਿਹੜਿਆਂ ਨੇ ਬਰਦਾਸ਼ਤ ਕਰ ਲਈ ਉਹਨਾਂ ਉੱਤੇ ਕਿਰਪਾ ਹੋ ਗਈ, ਰਹਿਮਤ ਹੋ ਗਈ। ਹੁਣ ਖਵਾਜੇ ਨੇ ਦੱਸ ਦਿੱਤਾ, ਸੱਜਣਾ, ਜੇ ਤੂੰ ਪਾਉਣਾ ਚਾਹੁੰਦਾ ਨਾ ਤੇ ਕਿਸੇ ਦਾ ਸੁਣੀ ਕੁਛ ਤੇ ਨਾ ਆਪਣੇ ਮੁਖ ਵਿੱਚੋਂ ਕੁਛ ਕਹੀਂ, ਫਿਰ ਜ਼ਰੂਰ ਤੇਰੇ ਉੱਤੇ ਕਿਰਪਾ ਹੋ ਜਾਏਗੀ। ਕਿ ਚੁੱਪ ਧਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਅਰਾਧਨਾ ਕਰੋ ਤੇ ਆਪਣੇ ਮਨ ਦੀ ਗੱਲ ਕਿਸੇ ਦੇ ਨਾਲ ਸਾਂਝੀ ਨਾ ਕਰੋ। ਸਾਂਝੀ ਨਾ ਕਰੋ। ਜਦ ਉਹ ਤੇਰਾ ਹਾਲ ਜਾਣ ਲੈਣਗੇ ਨਾ, ਉਹ ਜਾਨੀ ਜਾਨ ਨੇ, ਸਤਿਗੁਰੂ ਜੀ ਮਹਾਰਾਜ ਕਿਰਪਾ ਨਿਧਾਨ ਨੇ, ਜਦੋਂ ਉਹ ਤੇਰੇ ਬਾਰੇ ਵਿੱਚ ਜਾਣ ਲੈਣਗੇ ਨਾ, ਸਮਝ ਲੈਣਗੇ, ਤੇ ਫਿਰ ਕਸੌਟੀ ਤੇ ਲਾ ਕੇ ਤੇਰੀ ਪਰਖ ਵੀ ਕਰਨਗੇ। ਜਗ ਮੈਂ ਉੱਤਮ ਕਾਢਿਐ ਵਿਰਲੇ ਕੇਈ ਕੇ। ਜਦੋਂ ਇਸ ਘਰ ਵਿੱਚੋਂ ਪਰਖ ਹੁੰਦੀ ਹੈ ਨਾ ਗੁਰੂ ਪਿਆਰਿਓ, ਫਿਰ ਵਿਰਲੇ ਹੀ ਪਰਖ ਤੇ ਖਰੇ ਉਤਰਦੇ ਹੈ। ਬਹੁਤੇ ਤੇ ਡੋਲ ਜਾਂਦੇ ਆ, ਫਿਰ ਅੱਧ ਵਾਟੇ ਛੱਡ ਕੇ ਤੇ ਚਲੇ ਜਾਂਦੇ ਆ। ਇਸ ਵਾਸਤੇ ਜਿਹੜਾ ਪ੍ਰੇਮ ਬਣਾ ਕਰਕੇ ਜੁੜ ਗਿਆ ਨਾ, ਕਸੌਟੀ ਤੇ ਲੱਗ ਗਿਆ ਤੇ ਇਸ ਕਸੌਟੀ ਨੂੰ ਸਹਿ ਗਿਆ, ਉਹਦੇ ਉੱਤੇ ਰਹਿਮਤ ਹੁੰਦੀ ਹੈ। ਸਤਿਗੁਰੂ ਜੀ ਮਹਾਰਾਜ ਦੇ ਬਾਰੇ ਵਿੱਚ ਖਵਾਜਾ ਕਹਿਣ ਲੱਗਾ ਕਿ ਜਦੋਂ ਤੇਰੇ ਤੇ ਪ੍ਰਸੰਨ ਹੋ ਗਏ ਨਾ, ਫਿਰ ਕਸੌਟੀ ਲਗਾ ਕਰਕੇ ਤੇ ਪਰਖਣਗੇ। ਜਿਵੇਂ ਕਿ ਇਸ ਕਰਕੇ ਜਦੋਂ ਗੁਰੂ ਦਰਬਾਰ ਦੀ ਕਸੌਟੀ ਲੱਗੇ, ਫਿਰ ਆਪਣੇ ਆਪ ਨੂੰ ਸੈਯਦ ਜਾਨੀ ਜੀ ਸੰਭਾਲ ਕਰਕੇ ਰੱਖਿਓ। ਆਪਣੇ ਆਪ ਨੂੰ ਸੰਭਾਲ ਕਰਕੇ ਰੱਖਿਓ, ਧੀਰਜ ਧਾਰਨ ਕਰਕੇ ਰਹਿਣਾ ਕਰਿਓ ਜੀ। ਕਿ ਜਦੋਂ ਉਹ ਕਸੌਟੀ ਲਾਉਣਗੇ ਤੇ ਸੇਕ ਦੇਣਗੇ ਤੇ ਤੁਸੀਂ ਫਿਰ ਉਹਦੇ ਕਸੌਟੀ ਤੇ ਪੂਰੇ ਉਤਰੋਗੇ ਤੇ ਫਿਰ ਤੇਰੇ ਉੱਤੇ ਕਿਰਪਾ ਕਰਨਗੇ ਸਤਿਗੁਰੂ ਜੀ। ਜਦੋਂ ਕਸੌਟੀ ਤੇ ਪੂਰੇ ਉਤਰ ਗਏ, ਫਿਰ ਉਹ ਤੇਰਾ ਹਿਰਦਾ ਸੁੰਦਰ ਬਣਾ ਦੇਣਗੇ, ਕਿਰਪਾ ਕਰਕੇ ਰਹਿਮਤ ਕਰ ਦੇਣਗੇ। ਜਦੋਂ ਉਹਨਾਂ ਦੀ ਕਿਰਪਾ ਹੋ ਗਈ, ਤੁਹਾਡਾ ਹਿਰਦਾ ਜਿਹੜਾ ਨਾ ਸ਼ੁੱਧ ਹੋ ਜਾਏਗਾ। ਸ਼ੁੱਧ ਹੋ ਜਾਏਗਾ। ਜਿਵੇਂ ਕਿ ਸੁਨਿਆਰਾ ਸੋਨੇ ਨੂੰ ਪਰਖਣ ਵਾਸਤੇ ਅੱਗ ਤੇ ਧਰਦਾ ਹੈ ਨਾ, ਉਸੇ ਤਰ੍ਹਾਂ ਹੀ ਜਿਵੇਂ ਸੁਨਿਆਰਾ ਸੋਨੇ ਵਿੱਚੋਂ ਖੋਟ ਕੱਢ ਲੈਂਦਾ ਹੈ,
ਇਸੇ ਤਰ੍ਹਾਂ ਹੀ ਪਰਖ ਕਰਕੇ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ ਨਾ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ ਸੈਯਦ ਜੀ, ਇਹਨੂੰ ਸਤਿਗੁਰੂ ਜੀ ਮਹਾਰਾਜ ਦੂਰ ਕਰਕੇ ਇਹਨੂੰ ਸ਼ੁੱਧਤਾ ਹੀ ਦੇ ਦੇਣਗੇ। ਇਸ ਪ੍ਰਕਾਰ ਰੇ ਜਗ ਸੋਤੇ ਤਬ ਕਦਾਇ ਮਗਰ ਦੋਇ ਪਰਬੋਤੇ ਸਬਦਾ ਕਹਿ ਨਿਨੋ ਤਦ ਕਾਲੂ ਸੁਨਹਿ ਪੀਰ ਜੀ ਹੋਏ ਨਿਹਾਲੂ। ਜਦ ਭਲੀ ਪ੍ਰਕਾਰ ਤੈਨੂੰ ਸੋਧ ਲੈਣਗੇ ਤੇ ਫਿਰ ਗਿਆਨ ਦਾ ਸਮਾਰਕ ਤੈਨੂੰ ਦੇ ਦੇਣਗੇ। ਜੋ ਤੂੰ ਭਾਵਦਾ ਹੈ ਨਾ